ਸਰਵਰੇ ਕਾਇਨਾਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਮਹਾਨ ਪਵਿੱਤਰ ਇਤਿਹਾਸਕ ਸ਼ਕਤੀ ਭਰਪੂਰ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿੰਨੇ ਵੀ ਮਾਈ ਭਾਈ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ ਨੇ, ਸਭ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਆਪਣੀ ਹਾਜ਼ਰੀ ਲਵਾਓ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀਆਂ ਦਾ ਨਿਤਨੇਮ, ਆਸਾ ਜੀ ਕੀ ਵਾਰ ਕਾ ਸ਼ਬਦ ਕੀਰਤਨ ਉਪਰੰਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ, ਜਿਸ ਦੇ ਪਾਵਨ ਸ਼ਲੋਕ ਆਪ ਜੀਆਂ ਨੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀਆਂ ਪਾਸੋਂ ਸਰਵਣ ਕੀਤੇ ਨੇ, ਜਿਨ੍ਹਾਂ ਦੀ ਵਿਚਾਰ ਗੁਰੂ ਦੀ ਗੋਦ ਅੰਦਰ ਬੈਠ ਕਰਕੇ ਸਤਿਗੁਰਾਂ ਦੀ ਪਾਵਨ ਜੋ ਤੱਤ ਨੇ, ਇਸ ਪਾਵਨ ਗੁਰਬਾਣੀ ਦੇ ਜੋ ਸਾਨੂੰ ਉਪਦੇਸ਼ ਮਿਲਦਾ ਹੈ, ਉਸ ਨੂੰ ਗ੍ਰਹਿਣ ਕਰਨਾ ਹੈ। ਜਿੱਥੇ ਆਪ ਜੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਏ ਹੋ, ਉੱਥੇ ਦੇਸ਼ ਵਿਦੇਸ਼ ਦੇ ਵਿੱਚ ਚੜ੍ਹਦੀ ਕਲਾ ਟਾਈਮ TV ਰਾਹੀਂ ਸਿੱਖ ਸੰਗਤਾਂ ਗੁਰਬਾਣੀ ਦਾ ਲਾਹਾ ਲੈਂਦੀਆਂ ਨੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਆਉਣ ਦਾ, ਗੁਰੂ ਦਰਬਾਰ ਅੰਦਰ ਆਉਣ ਦਾ ਬਹੁਤ ਸਤਿਗੁਰਾਂ ਨੇ ਲਾਭ ਦੱਸਿਆ, ਇਹਦਾ ਫਲਾਦੇਸ਼ ਦੱਸਿਆ। ਪਾਵ ਸੁਹਾਵੈ ਜੋ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਣੀ। ਜਦੋਂ ਗੁਰੂ ਦਰਬਾਰ ਵੱਲ ਆਪਾਂ ਕਦਮ ਕਦਮ ਚੱਲ ਕੇ ਆਉਂਦੇ ਹਾਂ ਨਾ, ਸਾਹਿਬ ਜੀ ਕਹਿੰਦੇ ਉਹ ਕਦਮ ਸਫਲੇ ਹੋ ਜਾਂਦੇ ਨੇ, ਪੈਰ ਸਫਲੇ ਹੋ ਜਾਂਦੇ ਨੇ। ਜਦੋਂ ਗੁਰੂ ਦਰਬਾਰ ਅੰਦਰ ਆਣ ਕੇ ਆਪਣੇ ਗੁਰੂ ਨੂੰ ਸਿਰ ਝੁਕਾਉਂਦੇ ਹਾਂ, ਮੱਥਾ ਟੇਕਦੇ ਹਾਂ, ਸੀਸ ਸੁਹਾਵਾ ਚਰਣੀ, ਉਹ ਸੀਸ ਸੋਭਨੀਕ ਹੋ ਜਾਂਦਾ ਹੈ, ਉਹ ਸਫਲਾ ਹੋ ਜਾਂਦਾ ਹੈ। ਫਿਰ ਬੈਠ ਕੇ ਗੁਰੂ ਦਰਬਾਰ ਅੰਦਰ ਜਦੋਂ ਵਾਹਿਗੁਰੂ ਦਾ ਜਾਪ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਮੁਖ ਸੁਹਾਵਾ ਜੋ ਤੋ ਜਸ ਗਾਵੈ, ਇਹ ਮੂੰਹ ਤਦ ਸਫਲਾ ਹੁੰਦਾ ਹੈ ਜਦੋਂ ਗੁਰੂ ਦੇ ਜਸ ਨੂੰ ਗਾਵੇ। ਜਿਉ ਪਿਆ ਤੋ ਸਰਣੀ, ਹਿਰਦੇ ਅੰਤਰ ਆਤਮਾ ਪਵਿੱਤਰ ਹੁੰਦੀ ਹੈ ਜਦੋਂ ਗੁਰੂ ਦੇ ਚਰਨਾਂ ਵਿੱਚ ਸੁਰਤ ਬਿਰਤ ਇਕਾਗਰ ਕਰਕੇ ਅਸੀਂ ਹਿਰਦੇ ਦੁਆਰਾ ਬਾਣੀ ਦਾ ਜਾਪ ਕਰਦੇ ਹਾਂ, ਸਿਮਰਨ ਕਰਦੇ ਹਾਂ। ਗੁਰੂ ਦਰਬਾਰ ਵਿੱਚ ਆਉਣਾ ਕੀ ਹੈ, ਗੁਰੂ ਨੂੰ ਮੱਥਾ ਟੇਕਣਾ ਕੀ ਹੈ, ਗੁਰੂ ਦੀਆਂ ਪਰਿਕਰਮਾ ਕਰਨ ਦਾ ਕੀ ਲਾਭ ਹੈ, ਗੁਰੂ ਨੂੰ ਸਿਰ ਝੁਕਾਉਣਾ ਕੀ ਹੈ ਕਿ ਆਪਣੀ ਮੱਤ ਗੁਰੂ ਦੇ ਅੱਗੇ ਰੱਖ ਦੇਣੀ। ਗੁਰੂ ਦਰਬਾਰ ਵਿੱਚ ਆਣ ਕੇ ਗੁਰੂ ਨੂੰ ਕੁਝ ਦੇਣਾ ਹੈ ਤੇ ਗੁਰੂ ਦੇ ਕੁਝ ਪਾਸੋਂ ਕੁਝ ਪ੍ਰਾਪਤ ਕਰਨਾ, ਕੁਝ ਲੈਣਾ ਹੈ। ਜਿਹੜੇ ਅਸੀਂ ਗੁਰੂ ਦਰਬਾਰ ਅੰਦਰ ਪਦਾਰਥ ਲੈ ਕੇ ਆਉਂਦੇ ਹਾਂ, ਪਦਾਰਥ ਗੁਰੂ ਅੱਗੇ ਮੱਥਾ ਟੇਕਦੇ ਹਾਂ,
ਮਾਇਆ ਚੜਾਉਂਦੇ ਹਾਂ, ਸੋਨਾ ਚੜਾਉਂਦੇ ਹਾਂ, ਦੁਨਿਆਵੀ ਪਦਾਰਥ ਗੁਰੂ ਦਰਬਾਰ ਅੰਦਰ ਭੇਟ ਕਰਦੇ ਹਾਂ। ਇਹਦਾ ਭਾਵ ਇਹੀ ਹੈ ਕਿ ਤੇ ਦੁਨਿਆਵੀ ਪਦਾਰਥ ਗੁਰੂ ਅੱਗੇ ਭੇਟ ਕਰਦਿਆਂ 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 ਤੈਨੂੰ ਮਨ ਗੁਰੂ ਅੱਗੇ ਭੇਟ ਕਰਨਾ ਆ ਜਾਵੇ। ਐਸੀ ਅਵਸਥਾ ਬਣ ਜਾਵੇ ਕਿ ਗੁਰੂ ਦੇ ਅੱਗੇ ਤੂੰ ਆਪਣਾ ਸਿਰ ਭੇਟ ਕਰ ਦੇਵੇਂ, ਗੁਰੂ ਅੱਗੇ ਆਪਣਾ ਹੰਕਾਰ ਭੇਟ ਕਰ ਦੇਵੇਂ, ਗੁਰੂ ਅੱਗੇ ਆਪਣਾ ਹੰਕਾਰ ਭੇਟ ਕਰਕੇ ਗੁਰੂ ਨੂੰ ਹੰਕਾਰ ਦੇ ਕੇ ਗੁਰੂ ਕੋਲੋਂ ਕੀ ਲੈਣਾ? ਨਿਰੰਕਾਰ ਲੈਣਾ ਹੈ। ਗੁਰੂ ਨੂੰ ਆਪਣਾ ਕਾਮ ਦੇ ਕੇ ਗੁਰੂ ਦੇ ਕੋਲੋਂ ਨਾਮ ਲੈਣਾ ਹੈ। ਗੁਰੂ ਨੂੰ ਆਪਣਾ ਲੋਭ ਦੇ ਕੇ ਗੁਰੂ ਦੇ ਕੋਲੋਂ ਸੰਤੋਖ ਲੈਣਾ ਹੈ। ਜੇਕਰ ਅਸੀਂ ਗੁਰੂ ਦੇ ਅੱਗੇ ਸਿਰ ਝੁਕਾਉਂਦੇ ਹਾਂ ਤੇ ਗੁਰੂ ਦੀ ਗੱਲ ਨਹੀਂ ਮੰਨਦੇ, ਗੁਰੂ ਦੇ ਅੱਗੇ ਸਿਰ ਝੁਕਾਉਣਾ ਵੀ ਇੱਕ ਪਖੰਡ ਹੈ ਜੇ ਗੁਰੂ ਦਾ ਕਹਿਆ ਨਹੀਂ ਮੰਨਿਆ। ਗੁਰੂ ਦੀਆਂ ਪਰਿਕਰਮਾ ਕੀਤੀਆਂ ਵੀ ਪਖੰਡ ਹੈ ਜੇ ਗੁਰੂ ਦੇ ਹੁਕਮ ਵਿੱਚ ਨਹੀਂ ਚੱਲੇ। ਜੋ ਗੁਰ ਕਹੈ, ਜੋ ਗੁਰੂ ਨੇ ਕਿਹਾ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸਾਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿੰਦਾ ਨਹੀਂ ਮੰਨੀ, ਗੁਰੂ ਦੀ ਗੱਲ ਨਹੀਂ ਮੰਨੀ ਤਾਂ ਸਾਰਾ ਕੁਝ ਪਖੰਡ ਹੈ। ਸਵਾਓ ਮਨੋ ਬਿਰਤੀਆਂ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਕਿਰਪਾ ਕਰੋ, ਆਖੋ ਸਤਨਾਮ। ਚੱਲ ਰਹੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਦੇ 24 ਸ਼ਲੋਕਾਂ ਦੀ ਕਥਾ 12 ਤੇ ਵਧੀਕ, ਜੋ ਪੰਚਮ ਪਾਤਸ਼ਾਹ ਜੀ ਨੇ, ਜਿਵੇਂ ਆਪ ਜੀ ਨੇ ਸਮੇਂ ਸਮੇਂ ਨਾਲ ਪੰਥ ਦੇ ਮਹਾਨ ਵਿਦਵਾਨਾਂ ਪਾਸੋਂ ਸਰਵਣ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ ਤੇ ਵਾਰਾਂ ਤੋਂ ਵਧੇ ਹੋਏ ਸ਼ਲੋਕ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਵਾਰਾਂ ਤੇ ਵਧੀਕ ਦੇ ਸਿਰਲੇਖ ਹੇਠ ਇਹ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਦਰਜ ਕੀਤੀ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ। ਅੱਜ ਦੇ ਪਾਵਨ ਉਪਦੇਸ਼ ਅੰਦਰ ਸੱਚੇ ਪਾਤਸ਼ਾਹ ਜੀ ਕਰਮਾਂ ਦੀ ਗੱਲ ਕਰਦੇ ਨੇ ਕਿ ਕਰਮ ਹਰੇਕ ਨੂੰ ਭੋਗਣੇ ਪੈਂਦੇ ਨੇ। ਜਿਹੋ ਜਿਹਾ ਕੋਈ ਕਰਮ ਕਰਦਾ ਹੈ, ਭਾਵੇਂ ਕੋਈ ਅਵਤਾਰ ਵੀ ਕਿਉਂ ਨਾ ਹੋਵੇ, ਉਹਨੂੰ ਕਰਮ ਭੋਗਣਾ ਹੀ ਪੈਂਦਾ ਹੈ। ਕੀਤਾ ਹੋਇਆ ਕਰਮ ਭੋਗਣਾ ਪੈਂਦਾ ਹੈ। ਭੋਗੇ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ। ਭੋਗੇ ਤੋਂ ਬਿਨਾਂ ਇਹ ਨਾਸ ਨਹੀਂ ਹੋਣਗੇ। ਇੱਥੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਗੱਲ ਆਵੇਗੀ, ਲక్ష్మణ ਜੀ ਦੀ ਗੱਲ ਆਵੇਗੀ, ਸੀਤਾ ਜੀ ਦੀ ਗੱਲ ਆਵੇਗੀ ਅੱਜ ਦੇ ਪਾਵਨ ਸ਼ਲੋਕਾਂ ਅੰਦਰ। ਵੈਸੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਅਨੇਕ ਵਾਰ ਰਾਮ ਨਾਮ ਆਇਆ ਹੈ। ਉਹ ਰਮੇ ਹੋਏ ਰਾਮ ਦਾ ਜ਼ਿਕਰ ਕੀਤਾ ਹੈ। एक राम दशरथ का बेटा, एक राम घट घट में बैठा। उस रमे हुए राम का नाम आया जिस नाम नू श्री राम जी भी जपते ने। जिस नाम नू जपे तो बिना श्री राम जी का भी भला नहीं है, अवतारां का भी भला नहीं। इत्थे श्री रामचंद्र जी त्रेते युग के मालक, उन्हां दे भराता लक्ष्मण जी, श्री राम जी की सुपत्नी सीता जी का जिक्र है इन्हां श्लोकां दे अंदर। राम जी ने दस्या उन्हां तो सानू में प्रमाण मिलता है कि भाई जे सानू कीते हुए कर्म भोगने पै सकते ने ते आम दुनियावी जीव तां की ने। त्रेते युग दे मालक ने। राम झुरै दल मेलवै, अंतर बल अधिकार। श्री रामचंद्र जी दे अंदर बहुत बल है, बहुत ज्यादा अधिक बल है। पर किवें उन्हां नूं झूरना पिया, क्यों झूरना पिया? पुराणक साखियां दे विच एक कथा आउंदी है कि नारद जी ने सोचिया कि मैं काम नूं जित लवां। मन में मनशा आई कि मैं काम नूं जित लवां, काम दे उपर जित पा लवां। तां कहंदे
ਉਹ ਕਾਮ ਨੂੰ ਜਿੱਤ ਕਰਕੇ शिव जी पास गए। शिव जी ਨੂੰ ਕਹਿਣ ਲੱਗੇ ਕਿ मैं ਕਾਮ ਦੇ ਉੱਪਰ ਜਿੱਤ ਪ੍ਰਾਪਤ ਕਰ ਲਈ ਹੈ। शिव जी ਕਹਿਣ ਲੱਗੇ ਤੁਸੀਂ ਬੜੇ ਵੱਡੇ ਮਹਾਬਲੀ ਹੋ ਜੇ ਕਾਮ ਨੂੰ ਜਿੱਤ ਲਿਆ, ਪਰ ਕਿਸੇ ਨੂੰ ਦੱਸਿਓ ਨਾ। ਜਿਵੇਂ ਮੈਨੂੰ ਤਾਂ ਦੱਸ ਦਿੱਤਾ ਹੈ, ਪਰ ਕਿਸੇ ਹੋਰ ਨੂੰ ਨਾ ਦੱਸਿਓ। ਨਾਰਦ ਜੀ ਕਹਿਣ ਲੱਗੇ ਇਹ ਦੇਵਤੇ ਨੇ, मैं एडा वड्डा काम किया बहादुरां वाला, अजे तक कोई काम नूं जित नहीं सकिया। मैं जित्या इन्हां कोलों, मेरी जिहड़ी शोभा है प्रभता है वो जरी नहीं जाती, तां मैनूं कह रहे ने कि किसी नूं दसी ना। ये पुराणक साखियां ने। फिर ब्रह्मा जी कोल गए। ब्रह्मा जी भी कहन लगे पुत्र चंगा कीता, काम नूं जित लिया, पर किसी नूं दसी ना। फिर वो कहन लगे मेरा बाप हो करके मेरी प्रभता ही नहीं बर्दाश्त करता। फिर विष्णु जी कोल गए। विष्णु जी नूं कहा मैं काम नूं जित लिया, ते विष्णु जी भी कहन लगे नारद मुनि जी बहुत चंगा काम कीता, तुसीं बहुत भला काम कीता है, पर इस नूं अंदर ही अपने रखो, किसी नूं दसो ना। कहते विष्णु जी ने एक खेड वरताई कि वाकई इसने काम नूं जित लिया, वेखिए तो सही। उन्होंने एक माया नगरी बना के एक राजा की प्रजा बना दी, एक राजा बना दिता, एक सुंदर स्त्री बना दी, ऐलान कर दिता कि इस लड़की ने अपना वर लभना है, ते सारे दुनिया के जिन्ने भी राजे ने जिन्हां नूं पसंद करेगी उहदे गल दे विच वरमाला पा देवेगी। ते उस राजे ने नारद जी नूं बुला के कहा कि वेखो तो सही कि इहदे कर्मां दे विच की है, किहड़ा वर है। तां नारद जी ने जदों उस लड़की दा हथ फड़िया ते लुभाएमान हो गए। ब्रह्मचार जांदा रहा। कह दिता है इस लड़की नूं तरलोकी दा मालक जिहड़ा है वो वरन वास्ते आवेगा, बहुत सुंदर, अति सुंदर, मनमोहना। ये गल कह के चले गए। विष्णु जी कोल गए, कहन लगे मैनू अपना रूप दे दो, मैनू हरि रूप दे दो। हरि नाम कई बार आया, हर नाम बांदर दा है, हर नाम बगले दा है, हर नाम कई जगह हर नाम दे अर्थ आए ने। हर नाम परमेश्वर जी दा भी है। कहते विष्णु जी ने बड़ा सुंदर स्वरूप दे दिता ते मूँह इहदा बांदर दा ला दिता। पुराणक कथा है। उथे चला गया नारद जी, बैठ गए, सभा लगी हुई है। वो जिहड़ी लड़की है राजकुमारी है, वो हार लैके आउंदी है, फुल्लां दी माला लैके आउंदी है, गांह हो के बैठदे ने, पर मूँह बांदर दा अग्गों दी लंघ जांदी है। फिर वो दूसरे पासे नूं लंघदी है कि मेरा एडा सुंदर शरीर है, विष्णु जी कोलों लैके आए हैं, मेरे गल विच क्यों नहीं माला पाउंदी। सारे हस पे, कहन लगे पहला अपना मूँह तां वेख, चेहरा तां वेख। कहंदे पानी दे अक्स विच, पानी दे विच अपने चेहरा वेख्या, अक्स वेख्या ते मूँह बांदर दा सी। बड़े परेशान होए ते कह दिता विष्णु जी नूं कोई गल नहीं, मैनूं हैरान कीता है ना, तुहानूं भी हैरान होना पवेगा, तुहानूं भी ये भोगना पवेगा। इस्त्री दा करके तुसी मैनू मेरा इस स्वरूप बनाया, मेरा चेहरा बनाया, तुहाडी भी इस्त्री समा आवेगा, तुहाडे तो दूर चली जाएगी, तुहानू बांदरां दी सहायता लैनी पवेगी। ये पुराणक कथा ने। होया इस तरह श्री राम जी नू विष्णु जी दा रूप मन्निया है। समा आया, त्रेते युग दे मालक बनदे ने। राम झुरै दल मेलवै, बड़े दलां दे मालक ने, अंतर बल अधिकार। फिर उदों जदों रावण ने श्री सीता जी नूं चुरा लिया, हर लिया, फिर उदों वानरां दी सहायता लैनी पई राम जी नूं। प्यार नाल आखो सतनाम श्री वाहिगुरू। इहदे विच सारा प्रसंग आवेगा। ये दसना सी दुनिया नूं कि कर्म जिहड़ा कीता है कोई वो भोगे तो बिना नाश नहीं होवेगा। कर्म की जो गल करते हैं, कर्म कर कलंक मफी टसरे। भगत सदना जी भी कर्म की गल करते हैं अपनी बाणी अंदर। भगत सदना जी का जो आप जीवन पढ़ते हैं,
ਭਗਤ ਸਧਨਾ ਜੀ ਕਸਾਈ ਦਾ ਕੰਮ ਕਰਦੇ ਨੇ ਤੇ ਬੱਕਰੇ ਨੂੰ ਜ਼ਿਬਾ ਕਰਨਾ, ਉਸ ਨੂੰ ਵੇਚਣਾ, ਕਿਉਂਕਿ ਇਸਲਾਮ ਮਤ ਦੇ ਨਾਲ ਇਹਨਾਂ ਦਾ, ਇਸਲਾਮ ਧਰਮ ਨਾਲ ਸੰਬੰਧ ਰੱਖਦੇ ਨੇ ਭਗਤ ਸਧਨਾ ਜੀ। ਸਿੰਧ ਪ੍ਰਾਂਤ ਦੇਸ਼ ਦੇ ਵਿੱਚ ਰਹਿੰਦੇ ਨੇ। ਕਹਿੰਦੇ ਇੱਕ ਰਾਤ ਰਾਜੇ ਦੇ ਸਿਪਾਹੀ ਆਏ ਤੇ ਮਾਸ ਦੀ ਮੰਗ ਕੀਤੀ ਇਹਨਾਂ ਕੋਲੋਂ, ਤੇ ਮਾਸ ਮੌਜੂਦ ਨਹੀਂ ਸੀ। ਇਸਨੇ ਸੋਚਿਆ ਕਿ ਜੇ ਮੈਂ ਸਾਰਾ ਬੱਕਰਾ ਕੱਟ ਦਿੱਤਾ, ਉਸਨੂੰ ਹਲਾਲ ਕਰ ਦਿੱਤਾ, ਤੇ ਮਾਸ ਬਾਕੀ ਪਿਆ ਰਹਿਣਾ। ਛੁਰਾ ਲੈ ਕੇ ਬੱਕਰੇ ਦੀ ਇੱਕ ਲੱਤ ਵੱਢਣ ਵਾਸਤੇ ਗਏ, ਜਿਉਂਦੇ ਬੱਕਰੇ ਦੀ। ਜਦੋਂ ਉਹਦੀ ਲੱਤ ਵੱਢਣ ਵਾਸਤੇ ਗਏ, ਛੁਰਾ ਹੱਥ ਵਿੱਚ ਹੈ ਤੇ ਅੰਦਰ ਦੀ ਜ਼ਮੀਰ ਨੇ ਚੋਟ ਮਾਰੀ, ਸਦਨਿਆ ਜੇ ਜਿਉਂਦੇ ਬੱਕਰੇ ਦੀ ਲੱਤ ਵੱਢ ਦਿੱਤੀ ਤੇ ਸਾਰੀ ਰਾਤ ਤੜਫ ਕੇ ਕੱਟੇਗਾ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਧਨਾ ਜੀ ਨੂੰ ਗਿਆਨ ਹੋ ਗਿਆ, ਕਿਉਂਕਿ ਜਿਹੜੇ ਕਸਾਈ ਨੇ, ਕਸਾਈ ਦਾ ਕੰਮ ਕਰਦੇ ਨੇ, ਹਿਰਦਾ ਪੱਥਰ ਵਰਗਾ ਹੈ, ਦਇਆ ਦੀ ਕੋਈ ਆਸ ਨਹੀਂ ਕਸਾਈਆਂ ਦੇ ਕੋਲੋਂ। ਵੈਸੇ ਮਹਾਂਪੁਰਖ ਕਹਿੰਦੇ ਜਿਹੜੇ ਭਗਤ ਹੁੰਦੇ ਨੇ ਉਹ ਵੀ ਕਸਾਈ ਹੀ ਹੁੰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਵੀ ਬਾਣੀ ਅੰਦਰ ਇੱਕ ਪ੍ਰਮਾਣ ਆਇਆ ਕਿ ਭਗਤਾਂ ਦੇ ਕੋਲ ਵੀ ਇੱਕ ਛੁਰੀ ਹੈ। ਸੱਚ ਕੀ ਕਾਤੀ ਸੱਚ ਸਭ ਸਾਰ। ਉਹ ਛੁਰੀ ਵੀ ਕਹਿੰਦੇ ਚੰਗੀ ਟਕਸਾਲ ਦੇ ਵਿੱਚ ਘੜੀ ਜਾਂਦੀ ਹੈ, ਉਹ ਵੀ ਉਸ ਨੂੰ ਵੀ ਚੰਗੀ ਸਾਣ ਲੱਗੀ ਹੋਈ ਹੈ। ਘਾੜਤ ਤਿਸ ਕੀ ਅਪਰ ਅਪਾਰ। ਕਿਸੇ ਸ਼ੇਖ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਸਾਈ ਨੂੰ ਮੁਖਾਤਬ ਹੋ ਕੇ ਬਚਨ ਕਰ ਰਹੇ ਨੇ ਕਿ ਵਾਹਿਗੁਰੂ ਪਰਮਾਤਮਾ ਦੇ ਭਗਤ ਵੀ ਕਸਾਈ ਨੇ, ਉਹਨਾਂ ਦੇ ਕੋਲ ਵੀ ਇੱਕ ਛੁਰੀ ਹੈ, ਪਰ ਉਹਨਾਂ ਦੇ ਕੋਲ ਹੈ ਸੱਚ ਦੀ ਛੁਰੀ। ਸੱਚ ਦਾ ਉਹਨੂੰ ਲੋਹਾ ਲੱਗਾ ਹੋਇਆ ਹੈ ਤੇ ਸੱਚ ਦੀ ਸਾਣ ਉਹਨੂੰ ਚੜੀ ਹੋਈ ਹੈ, ਸੱਚ ਦੀ ਟਕਸਾਲ ਦੇ ਵਿੱਚ ਉਹ ਘੜੀ ਗਈ ਹੈ। ਤੇ ਕਹਿੰਦੇ ਤਿਸ ਦਾ ਕੁੱਠਾ ਹੋਵੇ ਸ਼ੇਖ, ਲੋਹੂ ਲੱਭ ਨਿਕੱਥਾ ਵੇਖ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰੇ ਵੀ ਕਸਾਈ ਨੇ। ਉਹ ਛੁਰੀ ਦੇ ਨਾਲ ਕਰਦੇ ਕੀ ਨੇ? ਉਹ ਛੁਰੀ ਦੇ ਨਾਲ ਆਪਣੇ ਹੰਕਾਰ ਨੂੰ ਜ਼ਿਬਾ ਕਰਦੇ ਨੇ, ਆਪਣੇ ਵਿਕਾਰਾਂ ਨੂੰ ਕੱਟਦੇ ਨੇ, ਆਪਣੇ ਲੋਭ ਨੂੰ ਕੱਟਦੇ ਨੇ, ਆਪਣੇ ਕੁਕਰਮਾਂ ਨੂੰ ਕੱਟਦੇ ਨੇ। ਭਗਤ ਵੀ ਕਸਾਈ ਨੇ। ਸਧਨਾ ਕਸਾਈ ਹੈ, ਪਰ ਉਹਨਾਂ ਕਸਾਈਆਂ ਦੇ ਹਿਰਦੇ ਕਠੋਰ ਹੁੰਦੇ ਨੇ, ਪਰ ਭਗਤਾਂ ਦੇ ਹਿਰਦੇ ਬੜੇ ਨਿਰਮਲ ਹੁੰਦੇ ਨੇ। ਇਹ ਕਸਾਈ ਹੋਰ ਨੇ, ਉਹ ਕਸਾਈ ਹੋਰ ਨੇ। ਇਹਨਾਂ ਕਸਾਈਆਂ ਦੀ ਅਵਸਥਾ ਕੁਝ ਹੋਰ ਹੈ, ਭਗਤਾਂ ਕਸਾਈਆਂ ਦੀ ਅਵਸਥਾ ਕੁਝ ਹੋਰ ਹੈ। ਉਹ ਜੀਵਾਂ ਦਾ ਕਤਲ ਕਰਦੇ ਨੇ, ਜੀਵਾਂ ਨੂੰ ਕੱਟਦੇ ਨੇ। ਭਗਤ ਜਿਹੜੇ ਨੇ ਆਪਣੇ ਹਉਮੈ ਹੰਕਾਰ ਨੂੰ ਕੱਟਦੇ ਨੇ, ਵਿਕਾਰਾਂ ਨੂੰ ਕੱਟਦੇ ਨੇ ਉਹ ਛੁਰੀ ਦੇ ਨਾਲ। ਉਹਨਾਂ ਕੋਲ ਦੁਨਿਆਵੀ ਛੁਰੀ ਹੈ, ਭਗਤਾਂ ਦੇ ਕੋਲ ਸੱਚ ਦੀ ਛੁਰੀ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਰ ਹਿਰਦਾ ਕਠੋਰ ਸੀ, ਹੁਣ ਅੱਜ ਹਿਰਦਾ ਨਿਰਮਲ ਹੋ ਗਿਆ। ਨਾਲ ਹੀ ਕਹਿ ਦਿੱਤਾ ਰਾਜੇ ਦੇ ਅਹਿਲਕਾਰਾਂ ਨੂੰ ਕਿ ਅੱਜ ਤੋਂ ਬਾਅਦ ਮੈਂ ਕਸਾਈ ਪੁਣਾ ਨਹੀਂ ਕਰਾਂਗਾ, ਛੱਡ ਦਿੱਤਾ। ਫਿਰ ਇਹ ਵੀ ਸੁਣਿਆ ਸੀ ਕਰਮ ਜਿਹੜਾ ਕੀਤਾ ਉਹ ਭੋਗਣਾ ਪੈਣਾ ਹੈ, ਭਾਵੇਂ ਕਿਸੇ ਜਨਮ ਵਿੱਚ ਜਾ ਕੇ ਭੋਗਣਾ ਪਵੇ, ਕਰਮ ਭੋਗਣਾ ਪੈਣਾ ਹੈ। ਫਿਰ ਉਹਨਾਂ ਨੇ ਪ੍ਰਮਾਤਮਾ ਅੱਗੇ ਮੁਖਾਤਬ ਹੋ ਕੇ ਬਚਨ ਕਹੇ, ਹੇ ਅਕਾਲ ਪੁਰਖ ਵਾਹਿਗੁਰੂ, ਜੇ ਕਰਮ ਹੀ ਭੋਗਣੇ ਪੈਣੇ ਨੇ ਫਿਰ ਤੇਰੇ ਨਾਮ ਜਪੇ ਦਾ ਕੀ ਫਾਇਦਾ ਹੈ। ਉਹਨਾਂ ਦਾ ਇੱਕ ਪਾਵਨ ਸ਼ਬਦ ਹੈ ਗੁਰਬਾਣੀ ਅੰਦਰ। ਕੋਈ ਲੜਕਾ ਸੀ, ਉਹਨੇ ਵਿਸ਼ਨੂੰ ਦਾ ਰੂਪ ਧਾਰਿਆ ਤੇ ਕਿਸੇ ਰਾਜੇ ਦੀ ਲੜਕੀ ਵਰਨ ਵਾਸਤੇ ਵਿਸ਼ਨੂੰ ਬਣ ਗਿਆ। ਪਰ ਇੱਕ ਦਿਨ ਐਸਾ ਆਇਆ, ਬਾਹਰੋਂ ਤਾਂ ਵਿਸ਼ਨੂੰ ਬਣਿਆ, ਬਾਹਰੋਂ ਤਾਂ ਲਿਬਾਸ ਉਹਦਾ ਵਿਸ਼ਨੂੰ ਵਾਲਾ ਸੀ, ਇੱਕ ਦਿਨ ਕਹਿੰਦੇ ਉਹਦਾ ਅੰਦਰ ਵੀ ਵਿਸ਼ਨੂੰ ਬਣ ਗਿਆ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੰਦਰ ਚੋਟ ਲੱਗ ਗਈ, ਮੈਂ ਗਲਤ ਕਰ ਰਿਹਾ। ਭਗਤ ਜੀ ਨੇ ਸ਼ਬਦ ਉਚਾਰਿਆ, ਨਿਰਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ। ਹੇ ਅਕਾਲ ਪੁਰਖ ਵਾਹਿਗੁਰੂ, ਜੇ ਮੈਨੂੰ ਕੀਤੇ ਹੋਏ ਕਰਮ ਹੀ ਭੋਗਣੇ ਪੈਣੇ ਨੇ ਤੇ ਤੇਰੇ ਦਰਬਾਰ ਵਿੱਚ ਆਉਣ ਦਾ ਕੀ ਫਾਇਦਾ ਹੈ। ਸਾਰੇ ਪ੍ਰਮਾਣ ਇਸ ਸ਼ਬਦ ਵਿੱਚ ਮਿਲਦੇ ਨੇ। ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਤਵ ਗੁਣ ਕਹਾ ਜਗਤ ਗੁਰਾ। ਜੇ ਮੈਨੂੰ ਕੀਤਾ ਹੋਇਆ ਕਰਮ ਹੀ ਭੋਗਣਾ ਪੈਣਾ ਹੈ ਤੇ ਤੇਰੇ ਗੁਣ ਕਿਸ ਕੰਮ ਨੇ।
तेरे विच गुण की होया। तब गुण कहा जगत गुरा जो कर्म न नासै, सिंह सरन कत जाइए जो जंबुक ग्रासै। शेर दी शरण विच जाके भी जे गिद्दड़ ने खा लेना है, गिद्दड़ां दा डर रहना है, शेर दी शरण विच जाण दा की फायदा है। तब गुण कहा जगत गुरा जो कर्म न नासै, सिंह सरन कत जाइए जो जंबुक ग्रासै। एक बूंद जल कारणे चातरक दुख पावै। प्यासा जिहड़ा एक बूंद दे कारण प्यासा मर जावे तड़फ तड़फ के, प्राण गए सागर मिले फुन काम ना आवे। प्यासे नूं पानी दी कदर हुंदी है, भुखे नूं अन्न दी कदर हुंदी है, नंगे नूं कपड़े दी कदर है, ते भगत नूं परमात्मा दी कदर है। प्यार नाल आखो सतनाम श्री वाहिगुरू। एक बूंद जल कारणे चातरक दुख पावै, प्राण गए सागर मिले फुन काम ना आवे। प्राण जो थाके थिर नहीं कैसे विरमावो, बूढ़ मुए नौका मिले को कहे चढ़ावो। हे काल पुरख वाहिगुरू, मैं डुबदा होया बंदा जदों पानी विच डुब जावे, डुब जाण तो बाद उहनूं नौका मिले, बेड़ी मिले, किस काम दी है। बूढ़ मुए नौका मिले कहो काहे चढ़ावो। फिर अखीर ते कहंदे ने मैं नाही किश हो नहीं, किश आहे न मूरा, अवसर लज्जा राख ले हो सदना जन तोरा। लोग कहंदे ने कि गुरु दे घर विच देर है अंधेर नहीं। गुरु दे घर विच जे देर है ते अंधेर है, गुरु दे घर विच देर नहीं है। गुरु दे घर विच कोई देरी नहीं है। उत्थे इत्थे एक छिन लगदा है बख्शण लग्या। गुरु नानक साहब पातशाह जी भी कहंदे ने लोका मत को फक्कड़ पाए, लोको मेरी गल दा मजाक ना उड़ाओ, मखौल ना उड़ाओ। लख मड़िया कर इकट्ठे एक रत्ती ले पाहे। लखा मन लकड़ा साड़न वास्ते लखा मन अग नहीं चाहिए, एक चिंगारी दी लोड़ है। लखा पाप दगद करन वास्ते एक छिन जपिया होया नाम बड़ा है। प्यार नाल आखो सतनाम श्री वाहिगुरू। सो इथे राम झुरे दल मेलवे अंतर बल अधिकार। बड़े बल वाले सन भगवान रामचंद्र जी। कहंदे जदों समुंदर राह नहीं सी ना दिंदा, रामचंद्र जी ने तीर खिंचे, आख्या मैं समुंदर सुका देना है। समुंदर देवता प्रगट होया पुराणिक कथावां दे मुताबक, कहन लगा भगवान ये जुल्म ना कर। कहंदे फिर राह क्यों नहीं दिंदा। कहंदे रस्ता मैं दस देना है। तुहाडी फौज दे विच दो सिपाही ने नील ते नल। रामचंद्र जी नूं श्राप मिलिया है ना नारद जी दा, ते भगवान विष्णु जी ने अपना सरबग अपना भगत जानदे होए, सरबग सन विष्णु जी, ओदा श्राप जिहड़ा सी प्रवान कर लिया। कोई नहीं मेरा भगत है। गुरबाणी अंदर भी आउंदा है ना, मेरी बांधी भगत छड़ाए, बांध है भगत न छुटा मोह है। कहंदे मेरी बन्नी हुई भगत छड़ा सकदे ने, पर भगत दा बन्निया होया मैं नहीं छड़ा सकदा, वो भगत ही छड़ा सकदा है। प्यार नाल आखो सतनाम श्री वाहिगुरू। इस करके अवतारा ने भी अपने सेवकां नूं मान दिता, आख्या प्रवान है तेरा। समुंदर देवता कहन लगा भगवान तेरी फौज दे विच दो सिपाही ने नील ते नल, उन्हां नूं श्राप मिलिया है। जदों बालपन अवस्था विच सन ना, वो रिखियां मुनियां दे वस्तुआं चुक के ते समुंदर विच सुट दिंदे सन ते डुब जांदियां सन। ते रिखियां ने अक के श्राप दिता, जिहड़ी चीज नूं तुहाडा हथ लग जावेगा वो पानी विच डुबेगी नहीं। जदों नाथमल ते अबदुल्ले मल ने गुरु हरगोबिंद साहब की वार गाई ना, उत्थे नील नल का जिक्र किया है। हे गुरु हरगोबिंद साहब पातशाह, तुहाडी फौज दे विच भी नील नल वर्गे सूरमे बहादुर ने। नल नाल सिपाही नील नल मार दुष्टा करे तगीर जी। भगवान
ਉਹਨਾਂ ਦਾ ਸਰਾਪ ਹੈ ਉਹਨਾਂ ਨੂੰ, ਪਰ ਉਹਨਾਂ ਦੇ ਕੋਲੋਂ ਆਪਾਂ ਵਰ ਵਾਲਾ ਕੰਮ ਲੈ ਸਕਦੇ ਹਾਂ। ਉਹਨਾਂ ਦੇ ਹੱਥ ਲਵਾ ਕੇ ਪੱਥਰ ਸੁੱਟੀ ਜਾਓ, ਪੱਥਰ ਡੁੱਬਣੇ ਨਹੀਂ ਡੁੱਬੇ। ਸਮੁੰਦਰ ਤੇ ਪੁਲ ਵੱਜ ਗਿਆ, ਪਾਰ ਹੋ ਗਏ। ਰਾਮ ਝੁਰੈ ਦਲ ਮੇਲਵੈ, ਅੰਤਰ ਬਲ ਅਧਿਕਾਰ। ਫਿਰ ਕੀ ਹੋਇਆ? ਬੰਤਰ ਕੀ ਸੈਨਾ ਸੇਵੀਐ। ਫਿਰ ਵਾਨਰਾਂ ਦੀ ਸੈਨਾ ਨੂੰ ਭਗਵਾਨ ਰਾਮਚੰਦਰ ਜੀ ਨੇ ਯਾਦ ਕੀਤਾ। ਬੰਤਰ ਕੀ ਸੈਨਾ ਸੇਵੀਐ, ਮਨ ਤਨ ਜੁਝ ਪਾਰ। ਕਿਉਂਕਿ ਰਾਮਚੰਦਰ ਜੀ ਦੇ ਅੰਦਰ ਰਾਵਣ ਦੇ ਨਾਲ ਯੁੱਧ ਕਰਨ ਦਾ ਇੱਕ ਚਾਅ ਸੀ ਕਿ ਮੈਂ ਉਹਦੇ ਨਾਲ ਯੁੱਧ ਕਰਾਂ, ਕਿਉਂਕਿ ਸੀਤਾ ਜੀ ਨੂੰ ਹਰ ਕੇ ਲੈ ਗਿਆ। ਵਾਨਰਾਂ ਦੀ ਸੈਨਾ ਨੂੰ ਪ੍ਰੇਰਨ ਵਾਸਤੇ ਸੁਗਰੀਵ ਜੀ ਦੇ ਕੋਲ ਜਾਂਦੇ ਨੇ। ਪਦਮੰਤੀ ਇਲਾਕਾ ਹੈ, ਉਹ ਰਿਆਸਤ ਹੈ। ਸੁਗਰੀਵ ਤੇ ਬਾਲੀ ਜਿਹੜੇ ਨੇ ਦੋਨੋਂ ਸਕੇ ਭਰਾ ਨੇ, ਵਾਨਰਾਂ ਦੀ ਮਦਦ ਮੰਗਣ ਵਾਸਤੇ ਜਦੋਂ ਰਾਮ ਜੀ ਉਹਨਾਂ ਕੋਲ ਗਏ, ਪਤਾ ਲੱਗਾ ਬਾਲੀ ਬੜਾ ਬਲੀ ਹੈ, ਉਹਨੇ ਆਪਣੇ ਭਰਾ ਦੀ ਰਿਆਸਤ ਜਿਹੜੀ ਹੈ ਉਹਨੂੰ ਹਰਾ ਕੇ ਤੇ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਰਾਮ ਜੀ ਸੁਗਰੀਵ ਨੂੰ ਕਹਿਣ ਲੱਗੇ ਕਿ ਮੈਂ ਤੇਰੇ ਨਾਲ ਆ, ਤੂੰ ਉਹਦੇ ਨਾਲ ਯੁੱਧ ਕਰ। ਬਾਲੀ ਨੂੰ ਵਰ ਮਿਲਿਆ ਹੋਇਆ ਸੀ ਕਿ ਜਿਹੜਾ ਕੋਈ ਸਾਹਮਣੇ ਆਉਂਦਾ ਸੀ ਉਹਦਾ ਅੱਧਾ ਬਲ ਖਿੱਚ ਲੈਂਦਾ ਸੀ। ਕਹਿੰਦੇ ਸੁਗਰੀਵ ਤੇ ਬਾਲੀ ਲੜਦੇ ਰਹੇ, ਬੜੀ ਮਾਰ ਖਾਧੀ ਸੁਗਰੀਵ ਜੀ ਨੇ, ਤੇ ਰਾਮ ਜੀ ਨੂੰ ਕਹਿਣ ਲੱਗਾ ਜੇ ਮੈਨੂੰ ਇਸੇ ਤਰ੍ਹਾਂ ਲੜਾਉਣਾ ਸੀ ਤੇ ਤੁਹਾਡਾ ਕੀ ਫਾਇਦਾ ਹੈ। ਰਾਮ ਜੀ ਕਹਿਣ ਲੱਗੇ ਤੁਹਾਡੇ ਦੋਵਾਂ ਦੇ ਚਿਹਰੇ ਮੋਹਰੇ ਇੱਕ ਜੈਸੇ ਸਨ, ਮੈਨੂੰ ਪਤਾ ਨਹੀਂ ਲੱਗਾ ਬਾਲੀ ਕੌਣ ਹੈ ਸੁਗਰੀਵ ਕੌਣ ਹੈ। ਕਹਿੰਦੇ ਅਗਲੇ ਦਿਨ ਫਿਰ ਸੁਗਰੀਵ ਗਲ ਵਿੱਚ ਮਾਲਾ ਪੈ ਕੇ, ਫੁੱਲਾਂ ਦੀ ਵਰਮਾਲਾ ਪਹਿਨ ਕੇ ਲੜਿਆ, ਤੇ ਰਾਮ ਜੀ ਨੇ ਲੁਕ ਕੇ ਤੀਰ ਮਾਰਿਆ ਬਾਲੀ ਜੀ ਨੂੰ। ਬਾਲੀ ਨੂੰ ਲੁਕ ਕੇ ਛੁਪ ਕੇ ਤੀਰ ਮਾਰਿਆ। ਤੇ ਜਦੋਂ ਬਾਲੀ ਤੜਫ ਰਿਹਾ ਸੀ ਨਾ, ਆਖਿਆ ਭਗਵਾਨ ਤ੍ਰੇਤੇ ਯੁੱਗ ਦਾ ਮਾਲਕ ਹੈ, ਅਵਤਾਰ ਹੈ, ਮੈਨੂੰ ਧੋਖੇ ਨਾਲ ਮਾਰਿਆ ਹੈ, ਅਵਤਾਰਾਂ ਨੂੰ ਸੋਭਾ ਨਹੀਂ ਦਿੰਦਾ। ਤੇ ਰਾਮ ਜੀ ਨੇ ਕਹਿ ਦਿੱਤਾ ਤੇਰੇ ਵਰਗੇ ਦੁਸ਼ਟ ਨੂੰ ਜੇ ਧੋਖੇ ਨਾਲ ਵੀ ਮਾਰਨਾ ਪਵੇ ਉਹਦੇ ਵਿੱਚ ਵੀ ਭਲਾ ਹੈ। ਤੇਰੇ ਵਰਗਾ ਦੁਸ਼ਟ ਜਿਹੜਾ ਆਪਣੇ ਭਰਾ ਦੀ ਪਤਨੀ ਨੂੰ ਕਬਜ਼ੇ ਵਿੱਚ ਲੈ ਲੈਂਦਾ, ਉਹਦੀ ਰਿਆਸਤ ਨੂੰ ਕਬਜ਼ੇ ਵਿੱਚ ਲਿਆ ਹੋਇਆ, ਤੇਰੇ ਵਰਗੇ ਦੁਸ਼ਟ ਨੂੰ ਮਾਰਨ ਵਾਸਤੇ ਜੇ ਛਲ ਫਰੇਬ ਵੀ ਕਰਨਾ ਪਵੇ ਤੇ ਕੋਈ ਉਹ ਪਾਪ ਨਹੀਂ, ਉਹ ਪੁੰਨ ਹੀ ਮੰਨਿਆ ਜਾਂਦਾ ਹੈ। ਸੋ ਵਾਨਰਾਂ ਦੀ ਮਦਦ ਲਈ ਪੁਲ ਵੱਜਾ। ਫਿਰ ਬੰਤਰ ਕੀ ਸੈਨਾ ਸੇਵੀਐ, ਮਨ ਤਨ ਜੁਝ ਅਪਾਰ। ਅਗਲੀ ਪੰਕਤੀ ਪਤਾ ਕੀ ਹੈ? ਸੀਤਾ ਲੈ ਗਿਆ ਦਹਿਸਰੋ। ਦਹਿਸਰੋ ਦੇ ਅਰਥ ਨੇ 10 ਸਿਰਾਂ ਵਾਲਾ ਰਾਵਣ। ਹੁਣ ਉਹ ਵੀ ਸ਼ਰਾਪ ਪੂਰਾ ਹੋਣਾ ਹੈ, ਬਨਵਾਸ ਮਿਲਿਆ ਹੋਇਆ, ਜੰਗਲ ਵਿੱਚ ਰਹਿ ਰਹੇ ਨੇ। ਰਾਵਣ ਨੇ ਇੱਕ ਮਾਇਆ ਰਚੀ, ਇੱਕ ਸੋਨੇ ਦਾ ਹਿਰਨ ਬਣਾ ਕੇ ਝੁੱਗੀ ਅੱਗੋਂ ਦੀ ਕੱਢਿਆ, ਤੇ ਸੀਤਾ ਜੀ ਕਹਿਣ ਲੱਗੇ ਰਾਮ ਜੀ ਨੂੰ ਕਿ ਮੈਂ ਉਹ ਹਿਰਨ ਚਾਹੀਦਾ ਹੈ। ਰਾਮ ਜੀ ਕਹਿਣ ਲੱਗੇ ਕੋਈ ਮਾਇਆ ਦਾ ਛਲ ਹੈ, ਸੋਨੇ ਦਾ ਹਿਰਨ ਵੀ ਕਦੀ ਵੇਖਿਆ? ਕਹਿੰਦੀ ਨਹੀਂ ਮੈਨੂੰ ਚਾਹੀਦਾ ਹੈ। ਲੈਣ ਚਲੇ ਗਏ, ਹੈ ਤਾਂ ਉਹ ਛਲ ਸੀ। ਲక్ష్మణ ਜੀ ਨੂੰ ਕਹਿ ਗਏ ਕਿ ਮੇਰੇ ਆਉਣ ਤੱਕ ਸੀਤਾ ਦੇ ਲਾਗੇ ਰਹਿਣਾ ਹੈ। ਭਾਈ ਗੁਰਦਾਸ ਜੀ ਨੇ ਆਪਣੇ ਕਵਿਤ ਸਵਈਆਂ ਦੇ ਵਿੱਚ ਦੋ ਭਰਾਵਾਂ ਦਾ ਜ਼ਿਕਰ ਕੀਤਾ ਕਿ ਦੋਨਾਂ ਭਰਾਵਾਂ ਦੇ ਪਿਆਰ ਵਰਗਾ ਦੁਨੀਆ ਦੇ ਉੱਪਰ ਕਿਸੇ ਦਾ ਪਿਆਰ ਨਹੀਂ ਹੈ। ਰਾਮ ਜੀ ਵਰਗਾ ਤੇ ਲక్ష్మణ ਜੀ ਵਰਗਾ। ਲక్ష్మణ ਆਗਿਆਕਾਰੀ ਹੈ। ਕਹਿੰਦੇ ਜੈਸੇ ਲక్ష్మణ ਰਗਪਤ ਭਗਤ ਭਾਏ ਪੈ, ਕੋਟ ਮਦੇ ਕਾਹੂ ਗੁਰ ਭਾਈ ਬਨ ਆਵੇ। ਭਾਈ ਗੁਰਦਾਸ ਜੀ ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੋਵੇਗਾ ਜਿਹਦਾ ਪਿਆਰ ਗੁਰ ਭਾਈਆਂ ਦਾ ਲక్ష్మణ ਵਰਗਾ ਤੇ ਰਾਮਚੰਦਰ ਜੀ ਵਰਗਾ ਹੋਵੇਗਾ। ਰਾਮ ਜੀ ਚਲੇ ਗਏ, ਰਾਮ ਜੀ ਨੇ ਤੀਰ ਮਾਰਿਆ ਤੇ ਉਸ ਹਿਰਨ ਦੇ ਵਿੱਚੋਂ ਆਵਾਜ਼ ਨਿਕਲੀ ਲక్ష్మణ, ਲక్ష్మణ ਕਰਕੇ ਆਵਾਜ਼ ਨਿਕਲੀ ਤੇ ਸੁਣੀ ਸੀਤਾ ਜੀ ਨੂੰ ਤੇ ਲక్ష్మణ ਜੀ ਨੂੰ ਵੀ। ਲక్ష్మణ ਜੀ ਜਾਣ ਲੱਗੇ, ਸੀਤਾ ਜੀ ਨੇ ਕਿਹਾ ਜਾ ਆਪਣੇ ਭਰਾ ਦੀ ਮਦਦ ਕਰ, ਉਹ ਵਿਪਤਾ ਵਿੱਚ ਹੈ। ਲక్ష్మణ ਜੀ ਨੇ ਕਹਿ ਦਿੱਤਾ ਸੀ ਕੋਈ ਛਲ ਹੈ। ਕਹਿਣ ਲੱਗੇ ਮੇਰੇ ਭਰਾ ਦੇ ਉੱਪਰ ਤਰਲੋਕੀ ਦੇ ਵਿੱਚ ਕਿਸੇ ਦੇ ਵਿੱਚ ਕੋਈ ਹਿੰਮਤ ਨਹੀਂ ਕਿ ਮੇਰੇ ਭਰਾ ਨੂੰ ਕੋਈ ਵਿਪਤਾ ਵਿੱਚ ਪਾ ਸਕੇ। ਪਰ ਹੱਠ ਕੀਤਾ, ਕਹਿਣ ਲੱਗੀ ਜਾ। ਲక్ష్మణ ਜੀ ਨੇ ਇੱਕ ਰੇਖਾ ਖਿੱਚ ਦਿੱਤੀ, ਆਖਿਆ ਇਸ ਰੇਖਾ ਲక్ష్మణ ਰੇਖਾ ਤੋਂ ਪਾਰ ਨਹੀਂ ਜਾਣਾ, ਅੰਦਰ ਰਹਿਣਾ ਹੈ। ਇਸ ਰੇਖਾ ਦੇ ਅੰਦਰ ਆਉਣ ਵਾਲਾ ਬ੍ਰਹਮਾ ਵੀ ਦਗਧ ਹੋ ਜਾਵੇਗਾ। ਤੇ ਕਹਿੰਦੇ ਰਾਵਣ ਨੇ ਸਾਧੂਆਂ ਦਾ ਭੇਸ ਵਟਾ ਕਰਕੇ ਭੀਖਿਆ ਲੈਣ ਵਾਸਤੇ ਗਿਆ
आख्या कि भीखिया मैनू लीक तो इधर आण के पा। ते सीता जी ने जो पाई वो हर के लै गया। फिर उदों फिर अगली पंक्ति विच आउंदा हण मंत्र आराध्या। फिर हनुमान जी नू याद किया, आख्या लभ के लिया, आया कर संजोग। फिर हनुमान जी जांदे ने, पता तो सी कि रावण हर के लै गया, पर कोई चिन्ह नहीं सी प्राप्त हुंदा कि वाकई रावण लैके गया हर के। फिर अशोक वाटिका दे विच जाके जदों हनुमान जी वेख के आउंदे ने, प्राणक कथावां ने ते आके दसदे ने, भगवान जी सीता माता जी अशोक वाटिका दे विच बाग विच ने, रावण दी कैद विच ने। फिर उत्थे एक प्राणक कथा दे विच बड़ी प्यारी सुंदर जी घटना का वर्णन किया है। कह लगे, कह रघुबीर अहो हनुमान कहो रघुबीर, कश सुध शिया छित की। कह लगे आओ हनुमान जी, रघुपत रघुबीर राम जी कहने लगे आओ हनुमान जी, कोई सुध है किस जगह पे है सीता। कहने लगे हाँ भगवान, रावण दी बाग दे विच अशोक वाटिका दे विच ने सीता माता। ते राम जी कहने लगे जीवित है, वो जिउंदी है। हनुमान जी कहने लगे कहबे को नाथ, भगवान जी वो केवल ते कहण मात्र जिउंदी है। राम जी कहने लगे क्यों ना मरी हम ते बिसराई, साडे तो विछड़ के वो मरी नहीं, उन ते मर जाना चाहिए सी, साडे तो विछड़ी है। क्यों ना मरी हम ते बिसराई, जीवित है। हनुमान जी कहने लगे कहबे को नाथ। बड़ी बड़ी अलौकिक जी कथा आउंदी है, पुराणिक कथावां ने, गुरु ग्रंथ साहिब पातशाह विच अनेकां प्रमाण मिलते हैं। तो जो ये कथा चलती है ना श्री गुरु ग्रंथ साहिब पातशाह जी दे विच अवतारां दी कथा चलती है, जां दसम दी बाणी विच अवतारां दी कथा चलती है, लोग ये गल कहंदे ने कि हिंदुआं दी कथा है। नहीं प्यारिओ, जो श्री गुरु ग्रंथ साहिब पातशाह विच लिखिया है ना महाराज जी ने, वो सारियां लई साझा उपदेश है। इत्थे कोई हिंदू है, कोई मुसलमान है, कोई ईसाई है, ये सारियां लई उपदेश धन श्री गुरु ग्रंथ साहिब पातशाह जी का साझा है। मेरा ख्याल कि अज की कथा सुन के भी कईयां ने सोशल मीडिया के भलवाना ने कह देना लो जी ये तो RSS के बंदे ने, ये तो हिंदुआं दी ब्राह्मणों की कथा कर रहे हैं। पर सच्चाई है धन श्री गुरु ग्रंथ साहिब पातशाह विच जो लिखा है। रामानंद जी नूं कित्थे रखांगे, रामानंद जी तो हिंदू ने, उन्होंने असीं मस्तक झुकाउने आ। जिन्हां दे विचार गुरु ग्रंथ साहिब पातशाह जी दे विच दर्ज ने, जिन्हां दे विचार गुरु घर नाल मिल गए, ओदी कोई जात, ओदा कोई धर्म, ओदा कोई मजहब नहीं रह जाता। वो तो फिर नानक लीन भयो गोविंद स्यो जो पानी संग पानी। राम जी कहने लगे जीवित है, हनुमान जी कहने लगे कहबे को नाथ, कहने लगे कहण मात्र जिउंदी है। कहंदे क्यों ना मरी हम ते बिसराई, उन्होंने तो मर जाना चाहिए सी, सीता नूं साडे चरनां नालों विछड़ी है। ते हनुमान जी कहने लगे प्राण बसै पग पंकज में। भगवान जम लैण वास्ते आउंदे ने सीता माता नूं, पर जदों आउंदे ने ना उत्थे उन्हां नूं प्राण नहीं मिलते, श्वास नहीं मिलते, उहदी आत्मा नहीं मिलती, उहदा केवल सीता माता दा कलबूत पिया है। प्राण तां तुहाडे चरनां विच वसदे ने उहदे। प्राण बसै पग पंकज में, जम आवत है पर पावत नाही। जम तां लैण वास्ते आउंदे ने, पर सीता जी दे प्राण तां तुहाडे चरनां विच वसदे ने। तां उत्थे फिर महाराज सच्चे पातशाह जी दी पावन बाणी अंदर सीता लै गया दहसरो, लक्ष्मण मोयो सराप। लक्ष्मण जी नूं सराप मिलिया सी राम जी दा। जदों लक्ष्मण जी गए ना, लक्ष्मण रेखा खिंच के ते रामचंद्र जी ने कह दिता सी तू सीता नूं छड्ड के आए आ, लक्ष्मण मर परां। मूर्छित हो गए लक्ष्मण जी। रावण दी बरशी दे नाल इन्हां दा अंत होया। ये
मूए भाव इन्हां ने शरीर त्यागया। लक्ष्मण मोयो सराप। फिर महाराज कहते नानक करता करनहार कर वेखै थाप उथाप। इत्थे मैं एक गल दा जिक्र करदा जावांगा। कृष्ण भगवान दे जिहड़े उपासक ने ना, वो रामचंद्र जी नूं शायद बहुते नहीं मनदे। उन्हां दे विच एक बहुता वड्डा उपासक होया, महान दार्शनिक कवि होए ने, जिन्हां ने रामायण भी लिखी है, गोस्वामी तुलसीदास जी। गुरु घर विच जो तुसीं आओगे ना, गुरु दरबार अंदर धन श्री गुरु ग्रंथ साहिब पातशाह जी दे अगे शस्त्र सुभाएमान ने। तख्त साहिबाना ते चले जाओ, मेन तख्त साहिबाना दे उपर शस्त्र सुभाएमान ने। राम जी बड़े वड्डे योधे ने, जिन्हां ने रावण दे नाल युद्ध कीता है, रावण नूं मारिया है और दुष्ट दा नाश करके सीता जी नूं छुड़ा के लैके आए। उन्हां दे कोल भी शस्त्र ने, वो भी धनुखधारी ने। पर जदों सिखां दे शस्त्रां दी गल चलदी है ते सानूं कईयां नावां दे नाल मुखातब कीता जांदा, मुखातब होके गल्लां कीतीआं जांदियां ने कई तरह दे। सिख तां है ही शस्त्रधारी है। कल नूं बाबा दीप सिंह जी दा जन्म दिहाड़ा है। बाबा जी दा शरीर दे उपर भाई वीर सिंह जी लिखते हैं कि 1.25 मन का जरा बख्त हुंदा है, 1.25 मन का लोहा सर्ब लोह पहनिया हुंदा है बाबा दीप सिंह जी ने। अज भी तुसीं सचखंड श्री हरमंदर साहब जाओ, बाबा दीप सिंह जी के हाथ विच खंडा है, परिक्रमा दे विच यादगार बनी है। कल भी सीसगंज साहब बेनती करके आया सी, एक मुसलमान उर्दू का शायर लिखदा है, वो कहंदा तू इन्ने सजदे करदा है, खुदा नूं बार बार मत्था टेकदा है, बार बार तू नक रगड़दा है, बार बार मत्था घसाउंदा है खुदा दे अगे, तेरे मत्थे घसा घसा के कहंदे ते मत्थे दे उपर निशान पै गया है। लोकां नूं दसदे कि यह मेरा निशान है, मैं नमाजी हाँ, 5 वक्त दा नमाजी हाँ। वो कहंदा तेरे मत्थे दा जिहड़ा निशान है ना, जदों तू दुनिया तो जावेगा तेरे नाल ये सड़ के सुआह हो जाएगा, दुनिया ते रह जाएगा। कहंदा निशाने सजूद तेरी ज़बीं पे हुआ तो क्या, तू इन्ने सजदे कीते, इन्ने मत्थे रगड़े, तेरे मत्थे ते निशान पै गया। कहंदे की होया, ये तां सड़ के सुआह हो जाना। कहंदे कोई एक ऐसा सजदा कर दे तेरा जमीन दे ऊपर रहिंदी दुनिया तक निशान बन जावे। निशाने सजूद तेरी ज़बीं पे हुआ तो क्या, कोई ऐसा सजदा कर कि जमीन पे निशान बन जाए। अज बाबा दीप सिंह जी का निशान भी उत्थे बनिया है जिस पावन दरबार दे बाबत सतगुरां ने कह डिठे सभे थाव नहीं तुद जिहा। कल नूं बाबा जी का जन्म दिहाड़ा मनाउणा है, जिहड़े जांदे ने सचखंड श्री हरमंदर साहब जरूर नतमस्तक होयो, जरूर बाबा जी के अस्थानां ते जाके सीस झुकायो। उन्होंने ऐसा सजदा कीता, रहिंदी दुनिया तक निशान उन्हां दा जमीन ते गुरु रामदास जी के दरबार विच बनिया रहेगा। बाबा गुरबख्श सिंह जी का निशान है 84 दे उन्हां समूह शहीदां दे निशान सचखंड श्री हरमंदर साहब ने जो रहिंदी दुनिया तक रहने ने, जिन्हां ने ऐसे अपने गुरु की अजमत की खातर ऐसे सजदे कीते, रहिंदी दुनिया तक उन्हां दे निशानां नूं नमस्कारां होणीआं ने। बाबा बुढ़ा साहब जी ने गुरु नानक साहब जी नूं ऐसा सजदा कीता, सचखंड श्री हरमंदर साहब की परिक्रमा दे विच बाबा जी का निशान बनिया। सो मैं शास्त्रां की गल करदा सी, गोस्वामी तुलसीदास जी वृंदावन जाते ने, उत्थों दे पुजारी भगवान कृष्ण जी दियां मूर्तियां विखाउण वास्ते लैके जाते हैं। यह बांके बिहारी की मूर्ति है, यह सामले सुंदर की मूर्ति है, यह भगवान कृष्ण जी की मूर्ति है। मूर्ति इस तरह बनाई है, कहते गोस्वामी तुलसीदास जी हाँ 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 कर दे गया, पर किसी नूं सिर नहीं झुकाया, किसी मूर्ति दे अगे मत्था नहीं टेकिया। सानू भी प्रमाण मिलता है, असी छतरी को पूत हो बामन को ने, असी छतरियां दे पुत्र हाँ, शस्त्रां दे नाल साडा प्यार है, शस्त्र सानू गुड़ती च मिले ने। सिख ने धन श्री गुरु ग्रंथ साहिब जी नूं मत्था टेकना है, सिंह ने शस्त्र नूं टेकना है। सिंह दा पीर, खालसे दा पीर शस्त्र है,
ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪਾਵਨ ਸ਼ਸਤਰ ਸੁਭਾਏਮਾਨ ਕੀਤੇ ਜਾਂਦੇ ਨੇ। ਤਾਂ ਕਹਿੰਦੇ ਤੁਲਸੀਦਾਸ ਜੀ ਨੂੰ ਕਹਿ ਦਿੱਤਾ ਪੁਜਾਰੀਆਂ ਨੇ, ਕਹਿਣ ਲੱਗੇ ਕੀ ਗੱਲ ਹੈ, ਮੱਥਾ ਨਹੀਂ ਟੇਕਦਾ। ਕਹਿੰਦਾ ਮੂਰਤੀ ਬੜੀ ਸੋਹਣੀ ਬਣਾਈ ਹੈ, ਕਰ ਮੁਰਲੀ ਕਟ ਕਾਸ਼ਨੀ, ਭਲੇ ਬਨੇ ਹੋ ਨਾਥ। ਕਿਉਂਕਿ ਰਾਮ ਜੀ ਦੇ ਪੁਜਾਰੀ ਸਨ, ਤੁਲਸੀਦਾਸ ਜੀ ਰਾਮ ਜੀ ਦੇ ਪੁਜਾਰੀ ਨੇ, ਸ਼ਸਤਰਧਾਰੀ ਦੇ ਪੁਜਾਰੀ ਨੇ। ਕਹਿੰਦੇ ਕਰ ਮੁਰਲੀ ਕਟ ਕਾਸ਼ਨੀ, ਬੜੀ ਸੋਹਣੀ ਮੁਰਲੀ ਤੇਰੀ ਹੱਥ ਵਿੱਚ ਫੜਾਈ ਹੈ, ਤੈਨੂੰ ਕੱਛ ਵੀ ਪਹਿਨੀ ਹੋਈ ਹੈ ਸ਼੍ਰੀ ਕ੍ਰਿਸ਼ਨ ਜੀ, ਟੇਢੀ ਜੀ ਕਮਰ ਕਰਕੇ ਬੜੀ ਸੋਹਣੀ ਮੂਰਤੀ ਬਣਾਈ ਹੈ। ਭਲੇ ਬਨੇ ਹੋ ਨਾਥ, ਤੁਲਸੀ ਮਸਤਕ ਤੋ ਝੁਕੈ ਜੋ ਧਨੁਸ਼ ਬਾਣ ਹੋਏ ਹਾਥ। ਕਹਿੰਦੇ ਇਸ ਤੁਲਸੀ ਦਾ ਮਸਤਕ ਤਾਂ ਕੇਵਲ ਸ਼ਸਤਰਧਾਰੀ ਨੂੰ ਝੁਕਣਾ, ਧਨੁਸ਼ ਵਾਲੇ ਰਾਮ ਜੀ ਨੂੰ ਝੁਕਣਾ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਸਾਹਿਬ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ ਸੀਤਾ ਲੈ ਗਿਆ ਦਹਿਸਰੋ, ਸੀਤਾ ਜੀ ਨੂੰ ਦਹਿਸਰ 10 ਸਿਰਾਂ ਵਾਲਾ ਰਾਵਣ ਲੈ ਗਿਆ। ਕਈ ਕਹਿੰਦੇ ਜੀ ਉਹਦੇ 10 ਸਿਰ ਨਹੀਂ ਸੀ, 10 ਸਿਰਾਂ ਜਿੰਨਾ ਉਹਦਾ ਦਿਮਾਗ ਕੰਮ ਕਰਦਾ ਸੀ, ਐਉਂ ਮੰਨ ਲਓ। ਪਰ 10 ਸਿਰਾਂ ਜਿੰਨਾ, 10 ਬੰਦਿਆਂ ਜਿੰਨਾ ਉਹਦਾ ਦਿਮਾਗ ਕੰਮ ਕਰਦਾ ਹੋਵੇ ਤੇ ਕਿਸੇ ਦੀ ਔਰਤ ਨੂੰ ਚੁਰਾ ਕੇ ਲੈ ਜਾਵੇ, ਹਰ ਕੇ ਲੈ ਜਾਵੇ, ਫਿਰ ਕੋਈ ਗੱਲ ਵਧੀਆ ਬਣਦੀ ਨਹੀਂ ਨਾ। ਸੀਤਾ ਲੈ ਗਿਆ ਦੈਸਰੋ, ਲక్ష్మణ ਮੋਇਓ ਸਰਾਪ। ਲక్ష్మణ ਜੀ ਵੀ ਫਿਰ ਉਹਨਾਂ ਨੂੰ ਵੀ ਕਰਮ ਗਤੀ ਜਿਹੜੀ ਹੈ ਨਾ, ਗਤੋ ਗਤੀ ਭੁਗਤਣੀ ਪਈ, ਭੋਗਣੀ ਪਈ। ਇਹਨਾਂ ਅਵਤਾਰਾਂ ਨੂੰ ਇਸ ਕਰਕੇ ਦੱਸਣਾ ਪਿਆ, ਭੋਗ ਕੇ ਦੱਸਣਾ ਪਿਆ ਕਿ ਜਿਹੜੇ ਕੀਤੇ ਹੋਏ ਕਰਮ ਨੇ ਨਾ ਉਹ ਭੋਗਣੇ ਹੀ ਪੈਂਦੇ ਨੇ। ਇਸ ਕਰਕੇ ਸ੍ਰੇਸ਼ਟ ਚੰਗੇ ਕਰਮ ਕਰੀਏ, ਮਾੜਾ ਕਰਮ ਸਾਡੇ ਕੋਲੋਂ ਨਾ ਹੋ ਜਾਵੇ। ਮੈਂ ਕੱਲ ਦੀ ਕਥਾ ਵਿੱਚ ਵੀ ਇਹ ਪ੍ਰਮਾਣਿਕ ਇਤਿਹਾਸਕ ਇੱਕ ਵਿਚਾਰ ਆਈ ਸੀ ਗੁਰਦੁਆਰਾ ਸੀਸਗੰਜ ਸਾਹਿਬ ਕਿ ਦ੍ਰੋਪਦੀ ਜੀ ਜਦੋਂ ਕ੍ਰਿਸ਼ਨ ਭਗਵਾਨ ਜੀ ਦੇ ਕੋਲ ਜਾਂਦੇ ਨੇ ਤਾਂ ਉਹਦੀ ਪਾਈ ਹੋਈ ਹੈ। ਭਾਈ ਗੁਰਦਾਸ ਜੀ ਕਹਿੰਦੇ ਪੈਜ ਰਹੀ ਬੋਲੀ ਸ਼ਰਮਾਂਦੀ। ਅਸੀਂ ਕਈ ਤਰ੍ਹਾਂ ਦੇ ਦਿਨ ਵਿੱਚ ਕਰਮ ਕਰਦੇ ਹਾਂ, ਆਪਣੀ ਜ਼ੁਬਾਨ ਨਾਲ ਫਿੱਕਾ ਬੋਲਦੇ ਹਾਂ। ਸਮਝ ਲਓ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਕਰਮ, ਇੱਕ ਬੀਜ ਬੀਜਿਆ ਜਾਂਦਾ ਹੈ। ਉਹ ਜੇ ਅਸੀਂ ਕਿਸੇ ਨੂੰ ਮਾੜਾ ਬੋਲਦੇ ਹਾਂ ਨਾ, ਸਾਡੇ ਕੋਲੋਂ ਉਹ ਇੱਕ ਕਰਮ ਹੋ ਜਾਂਦਾ ਹੈ। ਅਸੀਂ ਮਾੜਾ ਕਰਦੇ ਹਾਂ, ਉਹ ਸਾਡਾ ਕਰਮ ਹੋ ਜਾਂਦਾ ਹੈ। ਉਹ ਸਾਨੂੰ ਭੋਗਣਾ ਪੈਣਾ ਹੈ, ਉਹ ਵੱਢਣਾ ਪੈਣਾ ਹੈ। ਜੈਸਾ ਬੀਜੈ ਸੋਲਣਾ, ਕਰਮਾ ਸੰਦੜਾ ਖੇਤ। ਜਿਹੋ ਜਿਹਾ ਬੀਜਾਂਗੇ ਭਾਈ ਵੱਢਾਂਗੇ ਉਹੋ ਜਿਹਾ। ਕ੍ਰਿਸ਼ਨ ਜੀ ਕਹਿੰਦੇ ਸ਼ਰਮ ਕਾਤੋਂ ਮੈਂ ਦ੍ਰੋਪਦੀ। ਕਹਿਣ ਲੱਗੀ ਭਗਵਾਨ ਭਰੀ ਸਭਾ ਚ ਸਾੜੀ ਨੂੰ ਹੱਥ ਪੈ ਗਿਆ, ਬਸਤਰ ਉਤਾਰੇ ਜਾ ਰਹੇ ਸਨ। ਕਹਿਣ ਲੱਗੇ ਮੈਨੂੰ ਕਿਉਂ ਦੋਸ਼ ਦਿੰਨੀ ਹੈ? ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੋਸ਼ ਤੇਰੇ ਕਰਮਾਂ ਦਾ ਹੈ। ਮਹਾਰਾਜ ਦੀ ਬਾਣੀ ਅੰਦਰ ਵੀ ਲਿਖਿਆ, ਦੱਦਾ ਦੋਸ਼ ਨ ਦਿਓ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਨ। ਜੇ ਤੂੰ ਕਿਸੇ ਕਾਰਨ ਕਰਕੇ ਦੁੱਖ ਭੋਗ ਰਿਹਾ ਮਿੱਤਰਾ, ਇੱਕ ਗੁਰੂ ਨੂੰ ਦੋਸ਼ ਨਾ ਦੇ। ਦੋਸ਼ ਤੇਰੇ ਕਰਮਾਂ ਦਾ ਹੈ। ਜਿਹੜੇ ਕੀਤੇ ਹੋਏ ਕਰਮ ਕੀਤੇ ਨੇ ਉਹ ਭੋਗਣੇ ਪੈ ਰਹੇ ਨੇ। ਮਹਾਰਾਜ ਕਹਿੰਦੇ ਕਿਸੇ ਨੂੰ ਦੋਸ਼ ਨਾ ਦੇ, ਦੋਸ਼ ਤੇਰੇ ਕਰਮਾਂ ਦਾ ਹੈ। ਭਗਵਾਨ ਕਹਿਣ ਲੱਗੇ ਤੂੰ ਇੱਕ ਬੀਜ ਬੀਜਿਆ ਸੀ ਆਪਣੀ ਰਸਨਾ ਦੇ ਨਾਲ, ਉਹ ਅੱਜ ਤੈਨੂੰ ਵੱਢਣਾ ਪਿਆ ਹੈ। ਕਦੋਂ? ਜਦੋਂ ਦੁਰਯੋਧਨ ਨੂੰ ਕਿਹਾ ਸੀ ਅੰਨੇ ਦੀ ਔਲਾਦ ਅੰਨੀ, ਕਿਉਂਕਿ ਇਹਨੇ ਬੜੀ ਸੋਹਣੀ ਮੀਨਾਕਾਰੀ ਕੀਤੀ ਹੋਈ ਸੀ ਮਹਿਲ ਦੇ ਵਿੱਚ। ਜਿੱਥੇ ਪਾਣੀ ਸੀ ਉਹ ਫਰਸ਼ ਜਾਪਦਾ ਸੀ, ਜਿੱਥੇ ਫਰਸ਼ ਸੀ ਉਹ ਪਾਣੀ ਜਾਪਦਾ ਹੈ। ਦੀਵਾਰ ਦਰਵਾਜ਼ਾ ਜਾਪਦੀ ਹੈ, ਦਰਵਾਜ਼ਾ ਦੀਵਾਰ ਜਾਪਦਾ ਹੈ। ਬੜੀ ਸੁੰਦਰ ਮੀਨਾਕਾਰੀ ਕੀਤੀ ਸੀ। ਕਹਿੰਦੇ ਦੁਰਯੋਧਨ ਮਹਿਲ ਵਿੱਚ ਆਇਆ, ਇਹਨੇ ਸੋਚਿਆ ਕਿ ਫਰਸ਼ ਹੈ, ਪਾਣੀ ਵਿੱਚ ਡਿੱਗ ਪਿਆ। ਇਹਨੇ ਸੋਚਿਆ ਦਰਵਾਜ਼ਾ, ਪਾਣੀ ਚੋਂ ਨਿਕਲਿਆ ਦਰਵਾਜ਼ਾ ਤੇ ਕੰਧ ਨਾਲ ਵੱਜਾ। ਤੇ ਕਹਿੰਦੇ ਦ੍ਰੋਪਦੀ ਖਿੜਖੜਾ ਕੇ ਹੱਸੀ ਮਸ਼ਕਰੀ ਦੇ ਵਿੱਚ ਦ੍ਰੋਪਦੀ ਨੇ ਕਹਿ ਦਿੱਤਾ ਅੰਨੇ ਦੀ ਔਲਾਦ ਅੰਨੀ। ਕ੍ਰਿਸ਼ਨ ਜੀ ਕਹਿਣ ਲੱਗੇ ਤੇਰੇ ਕੀਤੇ ਹੋਏ ਕਰਮਾਂ ਦਾ, ਤੇਰਾ ਬੀਜਿਆ ਹੋਇਆ ਬੀਜ ਤੈਨੂੰ ਵੱਢਣਾ ਪਿਆ। ਜਿਹਦੇ ਕਰਮਾਂ ਦੀ ਗੱਲ ਚੱਲ ਰਹੀ ਹੈ ਨਾ, ਕਿ ਕੀਤੇ ਹੋਏ ਕਰਮ ਅਵਤਾਰਾਂ ਨੂੰ ਵੀ ਭੋਗਣੇ ਪਏ ਤੇ ਅਸੀਂ ਕਿਹਦੇ ਪਾਣੀ ਹਾਰਾ।
ਐਡੇ ਐਡੇ ਤ੍ਰੇਤੇ ਯੁੱਗ ਦੇ ਮਾਲਕ ਅਵਤਾਰਾਂ ਨੂੰ ਵੀ ਕੀਤੇ ਹੋਏ ਕਰਮ ਜਿਹੜੇ ਸਨ ਪੁਰਾਤਨ ਜਨਮ ਦੇ ਪਿਛਲੇ ਜਨਮਾਂ ਦੇ ਭੋਗਣੇ ਪਏ। ਵਿਸ਼ਨੂੰ ਜੀ ਦਾ ਅਵਤਾਰ ਸਨ ਸ਼੍ਰੀ ਰਾਮ ਜੀ, ਪਰ ਝੂਰਨਾ ਪਿਆ, ਉਹਨਾਂ ਨੂੰ ਕਲਪਣਾ ਪਿਆ, ਦੁਖੀ ਹੋਏ, ਫਿਰ ਉਹਨਾਂ ਨੂੰ ਭੋਗਿਆ, ਭੋਗ ਕੇ ਦੱਸਿਆ ਕਿ ਅਸੀਂ ਵੀ ਭੋਗੇ ਨੇ ਤੇ ਤੁਹਾਨੂੰ ਵੀ ਭੋਗਣੇ ਪੈਣੇ ਨੇ। ਕ੍ਰਿਸ਼ਨ ਜੀ ਕਹਿਣ ਲੱਗੇ ਤੂੰ ਆਪਣੀ ਜ਼ਬਾਨ ਦੇ ਨਾਲ ਇੱਕ ਬੀਜ ਬੀਜਿਆ ਸੀ। ਇੱਕ ਯਾਦ ਰੱਖਿਓ, ਹੱਸਣਾ ਵੀ ਬੜਾ ਖਤਰਨਾਕ ਹੁੰਦਾ ਹੈ। ਜਦੋਂ ਤੁਸੀਂ ਕਿਸੇ ਤੇ ਹੱਸਦੇ ਹੋ ਨਾ, ਕੋਈ ਵਿਚਾਰਾ ਜਾ ਰਿਹਾ ਪੈਰ ਤਿਲਕ ਕੇ ਡਿੱਗ ਪਿਆ, ਜਦੋਂ ਤੁਸੀਂ ਖਿੜ ਖੜਾ ਕੇ ਹੱਸਦੇ ਹੋ ਨਾ, ਉਹ ਹੱਸਣਾ ਵੀ ਉਹਦੇ ਵਾਸਤੇ ਜ਼ਹਿਰ ਹੁੰਦਾ ਹੈ। ਕਿਸੇ ਦੀ ਖੁਸ਼ੀ ਵਿੱਚ ਖੁਸ਼ ਹੋਣਾ, ਹੱਸਣਾ, ਉਹ ਵੱਖਰੀ ਗੱਲ ਹੈ, ਪਰ ਕਿਸੇ ਨੂੰ ਦੁਖੀ ਵੇਖ ਕੇ ਹੱਸਣਾ, ਕਿਸੇ ਨੂੰ ਵਿਪਤਾ ਵੇਖ ਕੇ ਹੱਸਣਾ, ਉਹ ਤੁਹਾਡਾ ਹੱਸਣਾ ਨਹੀਂ ਹੈ, ਉਹ ਤੁਹਾਡੇ ਕੀਤੇ ਹੋਏ ਕਰਮ ਜਿਹੜੇ ਨੇ ਉਹ ਬੀਜੇ ਜਾ ਰਹੇ ਨੇ। ਭਗਵਾਨ ਜੀ ਕਹਿਣ ਲੱਗੇ ਮੈਨੂੰ ਦੋਸ਼ ਨਾ ਦੇ, ਉਹ ਤੈਨੂੰ ਵੱਢਣਾ ਪਿਆ ਹੈ। ਯਾਦ ਰੱਖੀ, ਜਿਹੜਾ ਕਰੋੜਾਂ ਗੱਜ ਕੱਪੜ ਕੋਟ ਉਸਾਰੀਅਨ ਥੱਕੇ ਦੂਤ ਨਾ ਪਾਰ ਵਸਾਂਦੀ, ਇਹ ਵੀ ਕੱਪੜਾ ਮੈਂ ਨਹੀਂ ਭੇਜਿਆ, ਇਹ ਵੀ ਦਰਗਾਹੋਂ ਜਿਹੜਾ ਕੱਪੜਾ ਆਇਆ ਨਾ, ਇਹ ਤੂੰ ਹੱਥਾਂ ਦੇ ਨਾਲ ਇੱਕ ਬੀਜ ਬੀਜਿਆ ਸੀ। ਭਾਈ ਗੁਰਦਾਸ ਜੀ ਨੇ ਪ੍ਰਮਾਣ ਦਿੱਤਾ ਹੈ ਆਪਣੇ ਕਵਿਤ ਸਵਈਆਂ ਵਿੱਚ, ਦ੍ਰੋਪਦੀ ਕੁਪੀਨ ਮਾਤਰ ਦਈ ਜੋ ਮਨੀਸਰੈ ਤਾਂ ਤੇ ਸਭਾ ਮੱਧ ਭਇਓ ਬਸਨ ਪ੍ਰਵਾਹ ਜੀ। ਇਹ ਤੂੰ ਆਪਣੇ ਹੱਥਾਂ ਦੇ ਨਾਲ ਸ੍ਰੇਸ਼ਟ ਕਰਮ ਕੀਤਾ ਸੀ, ਉਹ ਤੇਰੀ ਲੱਜ ਪੱਤ ਢੱਕਣ ਦੇ ਕੰਮ ਆਇਆ ਹੈ। ਪਰ ਜੋ ਹੋਇਆ ਉਹ ਤੇਰੇ ਕਰਮਾਂ ਦਾ ਲੇਖਾ ਜੋਖਾ ਪੂਰਾ ਹੋਇਆ। ਸਾਹਿਬ ਜੀ ਕਹਿੰਦੇ ਸੀਤਾ ਲੈ ਗਿਆ ਦੈਸਰੋਂ, 10 ਸਿਰਾਂ ਵਾਲਾ ਸੀਤਾ ਜੀ ਨੂੰ ਲੈ ਗਿਆ। ਮਹਾਭਾਰਤ ਦਾ ਵਾਹਿਗੁਰੂ ਯੁੱਧ ਹੋਇਆ, ਅਯੁੱਧਿਆ ਦਾ ਬੜਾ ਤਕੜਾ ਯੁੱਧ ਹੋਇਆ। ਰਾਵਣ ਨੂੰ ਹਰਾ ਕੇ ਸੀਤਾ ਜੀ ਨੂੰ ਲੈ ਕੇ ਆਏ ਰਾਮ ਜੀ। ਸੀਤਾ ਲੈ ਗਿਆ ਦਹਿਸਰੋ, ਲక్ష్మణ ਮੋਇਓ ਸਰਾਪ। ਫਿਰ ਮਹਾਰਾਜ ਕਹਿੰਦੇ ਨਾਨਕ ਕਰਤਾ ਕਰਨ ਹਾਰ, ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਸਾਰਾ ਕੁਝ ਜੋ ਕੀਤਾ ਵਾਹਿਗੁਰੂ ਪ੍ਰਮਾਤਮਾ ਨੇ ਕੀਤਾ ਹੈ, ਉਹਦੇ ਹੁਕਮ ਅੰਦਰ ਹੋਇਆ। ਤੈਹੀ ਦੁਰਗਾ ਸਾਜ ਕੇ ਦੈਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਤੇਰੇ ਕੋਲੋਂ ਵਾਹਿਗੁਰੂ ਪ੍ਰਮਾਤਮਾ, ਤੇਰੇ ਕੋਲੋਂ ਨਾਨਕ ਕਰਤਾ ਕਰਨ ਹਾਰ ਕਰ ਵੇਖੈ, ਉਹ ਸਾਰੀ ਸ੍ਰਿਸ਼ਟੀ ਨੂੰ ਕਰਕੇ ਵੇਖ ਭਾਵ ਪਾਲਣਾ ਕਰ ਰਿਹਾ ਹੈ, ਥਾਪ ਭਾਵ ਪੈਦਾ ਕਰ ਰਿਹਾ, ਉਥਾਪ ਭਾਵ ਨਾਸ ਕਰ ਰਿਹਾ। ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੰਦਰ ਹੋਇਆ। ਜੋ ਕੁਝ ਹੋਇਆ, ਜੋ ਕੁਝ ਹੋਣਾ ਹੈ, ਗਰੀਬ ਨਵਾਜ਼ ਸਤਿਗੁਰ ਕਿਰਪਾ ਕਰਨ। ਬੇਅੰਤ ਭੁੱਲਾਂ ਹੋਈਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦਾ ਅਦਨਾ ਜਿਹਾ ਸੇਵਕ ਜਾਣ ਕੇ ਬਖਸ਼ ਲੈਣਾ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਅਤੀ ਸਤਿਕਾਰਯੋਗ ਸਿੱਖ ਕੌਮ ਦੇ ਮਹਾਨ ਵਿਦਵਾਨ, ਇਸ ਪਾਵਨ ਪਵਿੱਤਰ